ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ। ਕਿਸਾਨ ਵੀਰੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਜੀ ਜਿਹੜਾ ਪੋਟਾਸ਼ ਹੈਗਾ ਇਹਦੀ ਫਸਲਾਂ ਦੇ ਵਿੱਚ ਕੀ ਮਹੱਤਤਾ ਹੈਗੀ ਹੈ ਤੇ ਅਗਰ ਇਹਦੀ ਘਾਟ ਆ ਜਾਵੇ ਤਾਂ ਕੀ ਕੀ ਨਿਸ਼ਾਨੀਆਂ ਹੈਗੀਆਂ ਨੇ ਉਹਦੀਆਂ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੋਟਾਸ਼ ਦੀ ਅਗਰ ਕਮੀ ਆ ਜਾਵੇ ਤਾਂ ਉਹ ਕਿਹੜੇ ਢੰਗਾਂ ਨਾਲ ਪੂਰਾ ਕੀਤਾ ਜਾ ਸਕਦਾ ਜੀ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਤਾਂ ਜੋ ਆਪਾਂ ਨੂੰ ਸਾਰੀ ਜਿਹੜੀ ਪ੍ਰੋਪਰ ਜਾਣਕਾਰੀ ਹੈ ਉਹ ਮਿਲ ਸਕੇ ਜੀ। ਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਫਿਰ ਅੱਜ ਦੀ। ਹਾਂਜੀ ਕਿਸਾਨ ਵੀਰੋ, ਹੁਣ ਆਪਾਂ ਦੇਖਦੇ ਹਾਂ ਜੀ ਕਿ ਜਿਹੜੀ ਪੋਟਾਸ਼ ਦੀ ਘਾਟ ਹੈਗੀ ਹੈ ਉਹ ਆਪਾਂ ਕਿਵੇਂ ਪੂਰੀ ਕਰ ਸਕਦੇ ਹਾਂ ਜੀ। ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਜੀ ਆਪਾਂ ਨੂੰ ਕਿ ਜਿਹੜੀਆਂ ਹਰੀਆਂ ਖਾਦਾਂ ਨੇ ਤੇ ਜੈਵਿਕ ਮਾਦਾ ਹੈਗਾ ਇਹ ਹਰੇਕ ਤਰ੍ਹਾਂ ਦੇ ਜਿਹੜੇ ਤੱਤ ਨੇ ਉਹਨਾਂ ਦੀ ਪੂਰਤੀ ਕਰਨ ਦੇ ਵਿੱਚ ਸਹਾਈ ਹੁੰਦਾ ਜੀ। ਤੇ ਜ਼ਮੀਨ ਦਾ ਜਿਹੜਾ pH ਲੈਵਲ ਹੈ ਉਹਨੂੰ ਵੀ ਸੰਤੁਲਿਤ ਰੱਖਦਾ ਜੀ ਇਹ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਆ ਜਾਂਦਾ ਜੀ ਆਪਾਂ ਕੰਪੋਸਟ ਖਾਦ ਕਹਿ ਸਕਦੇ ਹਾਂ। ਅਗਰ ਕੰਪੋਸਟ ਖਾਦ ਆਪਾਂ ਤਿਆਰ ਕਰ ਸਕਦੇ ਹਾਂ ਘਰੇ ਤਾਂ ਉਹਦੇ ਵਿੱਚ ਫਲਾਂ ਤੇ ਸਬਜ਼ੀਆਂ ਖਾਸ ਕਰਕੇ ਕੇਲੇ ਦੀ ਰਹਿੰਦ ਖੂੰਹਦ ਹੈ ਜਿਹੜੀ ਅਗਰ ਉਹ ਪਾ ਦਿੱਤੀ ਜਾਵੇ ਤਾਂ ਪੋਟਾਸ਼ ਦਾ ਬਹੁਤ ਹੀ ਵਧੀਆ ਸਰੋਤ ਮਿਲ ਜਾਂਦਾ ਜੀ ਆਪਾਂ ਨੂੰ। ਐਸੀ ਕੰਪੋਸਟ ਖਾਦ ਦੇ ਵਿੱਚ ਮਿਲਣ ਵਾਲੇ ਜਿਹੜੇ ਪੋਟਾਸ਼ੀਅਮ ਕੰਪਾਊਂਡਸ ਨੇ ਉਹ ਪਾਣੀ ਦੇ ਵਿੱਚ ਘੁਲਣਸ਼ੀਲ ਹੋਣ ਕਰਕੇ ਅਸਰ ਬਹੁਤ ਛੇਤੀ ਕਰਦੇ ਨੇ ਤੇ ਵਧੀਆ ਢੰਗ ਨਾਲ ਕਰਦੇ ਨੇ ਜੀ। ਤੇ ਅਗਲਾ ਸਰੋਤ ਹੈਗਾ ਜੀ ਇਹਦਾ ਲੱਕੜੀ ਦੇ ਕੋਇਲੇ ਦੀ ਰਾਖ। ਆਪਾਂ ਅਕਸਰ ਹੀ ਘਰਾਂ ਦੇ ਵਿੱਚ ਦੇਖਦੇ ਹਾਂ ਜੀ ਕਿ ਚੁੱਲ੍ਹੇ ਦੀ ਜਿਹੜੀ ਰਾਖ ਬਚੀ ਹੁੰਦੀ ਹੈ ਆਪਣੀ ਤੇ ਘਰੇ ਜਿਹੜੀ ਆਪਾਂ ਨੇ ਸਬਜ਼ੀਆਂ ਵਗੈਰਾ ਲਾਈਆਂ ਹੁੰਦੀਆਂ ਨੇ ਉਹਦੇ ਵਿੱਚ ਉਹਨੂੰ ਪਾ ਦਈਏ ਤਾਂ ਉਹ ਬਹੁਤ ਵਧੀਆ ਕੰਮ ਕਰਦੀ ਹੈ ਜੀ। ਪਰ ਇੱਥੇ ਇੱਕ ਗੱਲ ਨੋਟ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਇਹ ਰਾਖ ਹੈਗੀ ਜਿਹੜੀ ਇਹ ਜ਼ਮੀਨ ਦੇ pH ਲੈਵਲ ਨੂੰ ਵਧਾ ਸਕਦੀ ਹੈ। ਸੋ ਅਗਰ ਆਪਾਂ ਨੂੰ ਆਪਣੀ ਜ਼ਮੀਨ ਦਾ ਜਿਹੜਾ pH ਲੈਵਲ ਹੈ ਉਹਦਾ ਪਤਾ ਹੋਵੇ ਤਾਂ ਹੀ ਇਹਦੀ ਵਰਤੋਂ ਹੈ ਜਿਹੜੀ ਉਹ ਕਰਨੀ ਚਾਹੀਦੀ ਆਪਾਂ ਨੂੰ ਜੀ। ਤੇ ਅਗਲਾ ਸਰੋਤ ਜਿਹੜਾ ਹੈਗਾ ਜੀ ਬਿਨਾਂ ਪੈਸੇ ਖਰਚ ਕੀਤੇ ਜਿਹੜਾ ਮਿਲ ਸਕਦਾ ਉਹ ਹੈਗਾ ਜੀ ਜਿਲਬ। ਜਿਹੜੀ ਪਾਣੀ ਨੂੰ ਜਿਲਬ ਲੱਗ ਜਾਂਦੀ ਹੈ ਉਹਨੂੰ ਅਗਰ ਸੁਕਾ ਕੇ ਖੇਤਾਂ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਵੀ ਪੋਟਾਸ਼ ਦੀ ਜਿਹੜੀ ਘਾਟ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਜੀ। ਤੇ ਅਗਲਾ ਜਿਹੜਾ ਸਰੋਤ ਹੈਗਾ ਜੀ ਪੋਟਾਸ਼ ਦਾ ਉਹ ਹੈਗਾ ਮੁਰਗਿਆਂ ਤੇ ਸੂਰਾਂ ਦੀ ਖਾਦ। ਇਹਨਾਂ ਖਾਦਾਂ ਦੇ ਵਿੱਚ ਪੋਟਾਸ਼ ਦੇ ਨਾਲ ਨਾਲ ਆਪਾਂ ਨੂੰ ਨਾਈਟ੍ਰੋਜਨ ਤੇ ਫਾਸਫੋਰਸ ਵੀ ਕਾਫੀ ਮਾਤਰਾ 'ਚ ਮਿਲ ਜਾਂਦੇ ਨੇ ਜੀ। ਤੇ ਅਗਲਾ ਸਰੋਤ ਜਿਹੜਾ ਹੈਗਾ ਜੀ ਪੋਟਾਸ਼ ਦਾ ਉਹ ਹੈਗਾ ਗ੍ਰੇਨਾਈਟ ਡਸਟ। ਪਰ ਇਹ ਜਿਹੜੀ ਹੈਗੀ ਪੋਟਾਸ਼ ਨੂੰ ਬਹੁਤ ਸਲੋ ਰਫ਼ਤਾਰ ਨਾਲ ਰਿਲੀਜ਼ ਕਰਦੀ ਹੈ ਜੀ। ਸੋ ਇਸ ਨੂੰ ਮਿੱਟੀ ਦੇ ਵਿੱਚ ਡਿਜ਼ੋਲਵ ਹੋਣ ਵਾਸਤੇ ਕਾਫੀ ਲੰਮਾ ਟਾਈਮ ਲੱਗ ਜਾਂਦਾ ਜੀ। ਤੇ ਅਗਲਾ ਜਿਹੜਾ ਸਰੋਤ ਹੈਗਾ ਜੀ ਉਹ ਹੈਗਾ ਮਿਊਰੇਟ ਆਫ ਪੋਟਾਸ਼, ਜਿਸ ਨੂੰ ਆਪਾਂ ਪੋਟਾਸ਼ੀਅਮ ਕਲੋਰਾਈਡ ਵੀ ਕਹਿ ਦਿੰਦੇ ਹਾਂ। ਇਹਨੂੰ ਖਾਦ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ ਤੇ ਮਿੱਟੀ ਦੀ ਕੰਡੀਸ਼ਨਿੰਗ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਜੀ। ਪਰ ਇੱਕ ਗੱਲ ਧਿਆਨ 'ਚ ਰੱਖੀ ਜਾਵੇ ਕਿ ਆਲੂਆਂ ਦੇ ਵਿੱਚ ਆਪਾਂ ਨੂੰ ਇਹਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਕਲੋਰਾਈਡ ਦੀ ਮਾਤਰਾ ਜਿਹੜੀ ਉਹ ਕਾਫੀ ਹੁੰਦੀ ਹੈ ਜੀ ਜੋ ਕਿ ਆਲੂਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੇ ਅਗਲਾ ਸਰੋਤ ਜਿਹੜਾ ਹੈਗਾ ਜੀ ਉਹ ਹੈਗਾ ਮੋਨੋ ਪੋਟਾਸ਼ੀਅਮ ਫਾਸਫੇਟ, ਜਿਹਨੂੰ ਆਪਾਂ 052 34 ਦੇ ਨਾਮ ਨਾਲ ਵੀ ਜਾਣਦੇ ਹਾਂ। ਇਹ ਜ਼ਮੀਨ ਦੇ ਵਿੱਚ ਪੋਟਾਸ਼ ਦੇ ਲੈਵਲ ਨੂੰ ਸੰਤੁਲਿਤ ਰੱਖਦਾ ਜੀ ਤੇ ਇਹ ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦਾ ਹੈ, ਇਸ ਕਰਕੇ ਇਹਦੀ ਸਪਰੇਅ ਵੀ ਕਰ ਸਕਦੇ ਹਾਂ। ਇਹਦੇ ਵਿੱਚ ਨਾਈਟ੍ਰੋਜਨ 0, ਫਾਸਫੋਰਸ 52 ਤੇ ਪੋਟਾਸ਼ ਜਿਹੜਾ ਉਹ 34% ਮਿਲ ਜਾਂਦਾ ਜੀ ਆਪਾਂ ਨੂੰ। ਤੇ ਸਪਰੇਅ ਦਾ ਉਦੋਂ ਕਰਨਾ ਚਾਹੀਦਾ ਫਸਲ ਦੇ ਵਿੱਚ ਅਗਰ ਆਪਾਂ ਨੂੰ ਨਿਸਰਨ ਤੋਂ ਪਹਿਲਾਂ ਦਿਖਾਈ ਦੇਵੇ ਇਹਦੀ ਘਾਟ ਫਸਲ ਦੇ ਵਿੱਚ, ਤਾਂ ਬੱਲੀਆਂ ਜਦੋਂ ਗੋਭ ਦੇ ਵਿੱਚ ਹੋਣ ਉਦੋਂ ਸਪਰੇਅ ਕਰਨਾ ਜੀ। ਤੇ ਜਿਹੜੇ ਫਲਦਾਰ ਬੂਟੇ ਨੇ ਉਹਨਾਂ 'ਚ ਜਦੋਂ ਫੁੱਲ ਪੈਣੇ ਸ਼ੁਰੂ ਹੁੰਦੇ ਨੇ ਉਸ ਵੇਲੇ ਇਹਦਾ ਸਪਰੇਅ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਜੀ। ਅਗਲਾ ਜਿਹੜਾ ਸਰੋਤ ਹੈਗਾ ਜੀ ਉਹ ਹੈਗਾ ਪੋਟਾਸ਼ੀਅਮ ਨਾਈਟ੍ਰੇਟ, ਜਿਹਨੂੰ ਆਪਾਂ 13045 ਦੇ ਨਾਮ ਨਾਲ ਵੀ ਜਾਣਦੇ ਹਾਂ। ਤੇ ਇਹਦੀ ਵੈਲਿਊ ਕੁਝ ਵੀ ਹੋ ਸਕਦੀ ਹੈ ਤੇ ਇਹਨੂੰ ਆਪਾਂ ਜ਼ਿਆਦਾਤਰ ਸਪਰੇਅ ਦੇ ਤੌਰ ਤੇ ਵਰਤਦੇ ਹਾਂ ਜੀ। ਇਹਦਾ ਸਪਰੇਅ ਆਪਾਂ ਨੂੰ ਫਸਲ ਤੇ ਉਸ ਟਾਈਮ ਕਰਨਾ ਚਾਹੀਦਾ ਜਦੋਂ ਨਿਸਰਨ ਤੋਂ ਬਾਅਦ ਬੱਲੀਆਂ ਦਾ ਜਿਹੜਾ ਬੂਰ ਹੈ ਉਹ ਆਪਣੇ ਆਪ ਝੜ ਜਾਵੇ, ਕਿਉਂਕਿ ਅਗਰ ਜਦੋਂ ਬੂਰ ਪਿਆ ਹੁੰਦਾ ਬੱਲੀਆਂ ਨੂੰ ਜਾਂ ਫਲਦਾਰ ਬੂਟਿਆਂ ਨੂੰ ਵੀ ਕਹਿ ਸਕਦੇ ਹਾਂ ਤਾਂ ਉਸ ਵੇਲੇ ਜਦੋਂ ਆਪਾਂ ਸਪਰੇਅ ਕਰਦੇ ਹਾਂ ਤਾਂ ਇੱਕ ਤਾਂ ਆਪਣਾ ਜਿਹੜਾ ਬੂਰ ਝੜਦਾ ਜੀ ਉਹਦੇ ਨਾਲ ਫੜਾ ਪੈ ਜਾਂਦਾ ਫਸਲ ਦੇ ਵਿੱਚ, ਤੇ ਦੂਜਾ ਹੈਗਾ ਕਿ ਜਿਹੜੇ ਦਾਣੇ ਨੇ ਫਸਲ ਦੇ ਉਹ ਵੀ ਕਈ ਵਾਰ ਡਿਸਕਲਰਡ ਹੋ ਜਾਂਦੇ ਨੇ ਜੀ। ਤੇ ਪਾਣੀ ਵਿੱਚ ਚੰਗੀ ਤਰ੍ਹਾਂ ਘੁਲਣਸ਼ੀਲ ਹੁੰਦਾ ਜੀ ਇਹ। ਅਗਲਾ ਜਿਹੜਾ ਸਰੋਤ ਹੈਗਾ ਜੀ ਉਹ ਹੈਗਾ ਪੋਟਾਸ਼ੀਅਮ ਸਲਫੇਟ, ਜਿਹਨੂੰ ਆਪਾਂ 0050 ਦੇ ਤੌਰ ਤੇ ਵੀ ਜਾਣਦੇ ਹਾਂ। ਇਹਦੇ ਵਿੱਚ 50% ਪੋਟਾਸ਼ ਹੁੰਦਾ ਜੀ ਤੇ 18% ਆਪਾਂ ਨੂੰ ਸਲਫਰ ਵੀ ਮਿਲ ਜਾਂਦਾ ਜੀ। ਤੇ ਇਹਨੂੰ ਆਪਾਂ ਆਲੂਆਂ ਦੇ ਵਿੱਚ ਵਰਤ ਸਕਦੇ ਹਾਂ ਜੀ, ਕਿਉਂਕਿ ਇਹਦੇ ਵਿੱਚ ਕਲੋਰਾਈਡ ਦੀ ਮਾਤਰਾ ਜਿਹੜੀ
ਉਹ ਨਾ ਦੇ ਬਰਾਬਰ ਹੀ ਹੁੰਦੀ ਹੈ। ਤੇ ਅਗਲਾ ਜਿਹੜਾ ਸਰੋਤ ਹੈਗਾ ਜੀ ਪੋਟਾਸ਼ ਦਾ, ਉਹ ਹੈਗਾ ਕੇ-ਮੈਗ ਜਾਂ ਸਲਫੋ-ਮੈਗ ਵੀ ਕਹਿ ਸਕਦੇ ਆਪਾਂ ਇਹਨੂੰ 0022 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਦੇ 'ਚ ਪੋਟਾਸ਼ ਦੀ ਹੈਗੀ ਜਿਹੜੀ ਮਾਤਰਾ 22% ਹੁੰਦੀ ਹੈ ਜੀ, ਤੇ ਸਲਫਰ ਵੀ 22% ਹੁੰਦਾ ਹੈ, ਤੇ ਮੈਗਨੀਸ਼ੀਅਮ 11% ਹੁੰਦਾ ਜੀ ਇਹਦੇ ਵਿੱਚ। ਕਿਸਾਨ ਵੀਰੋ, ਇਹ ਤਾਂ ਸੀਗੇ ਜੀ ਕੁਝ ਤਰੀਕੇ ਜਿਨ੍ਹਾਂ ਨਾਲ ਆਪਾਂ ਪੋਟਾਸ਼ ਦੀ ਕਮੀ ਹੈ ਜਿਹੜੀ ਉਹਨੂੰ ਪੂਰੀ ਕਰ ਸਕਦੇ ਹਾਂ ਫਸਲਾਂ ਦੇ ਵਿੱਚ। ਤੇ ਆਪਾਂ ਨੂੰ ਇੱਥੇ ਇੱਕ ਗੱਲ ਨੋਟ ਕਰਨੀ ਚਾਹੀਦੀ ਹੈ ਜੀ ਕਿ ਜਾਂ ਤਾਂ ਆਪਣੀ ਮਿੱਟੀ ਹੈ ਜਿਹੜੀ ਟੈਸਟ ਕਰਵਾਈ ਹੋਈ ਹੈ, ਤਾਂ ਉਹਦੀ ਰਿਪੋਰਟ ਦੇ ਵਿੱਚ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਹੋਈਆਂ ਨੇ ਉਹਦੇ ਅਨੁਸਾਰ ਇਹਦੀ ਵਰਤੋਂ ਕਰਨੀ ਚਾਹੀਦੀ ਹੈ, ਜਾਂ ਫਿਰ ਜਿਹੜੀ ਐਵਰੇਜ ਯੂਜ਼ ਹੈਗਾ, ਜਿਵੇਂ ਆਪਾਂ ਮਿਊਰੇਟ ਆਫ ਪੋਟਾਸ਼ ਹੈ, ਇਹਦਾ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਜੀ, ਪਰ ਇਹ ਪਾਉਣਾ ਆਪਣੇ ਫਸਲ ਬੀਜਣ ਵੇਲੇ ਜੀ। ਤੇ ਬਾਕੀ ਜਿਹੜੇ ਸਪਰੇਅ ਦੇ ਤੌਰ ਤੇ ਆਪਾਂ ਨੇ ਵਰਤਣੇ ਨੇ, ਉਹ ਆਪਾਂ ਨੇ ਉਸ ਹਿਸਾਬ ਤੇ ਵਰਤਣੇ ਨੇ ਜੀ ਜਿਹੜੇ ਹਿਸਾਬ ਦੀ ਉਹਨਾਂ ਦੀ ਵੈਲਿਊ ਹੋਊਗੀ ਜੀ। ਕਿਉਂਕਿ ਜਿਵੇਂ 05234 ਆ ਗਿਆ ਜੀ, ਜਾਂ 0022, 045, 13045, ਇਸ ਹਿਸਾਬ ਨਾਲ ਆਪਾਂ ਨੂੰ ਜਿਹੜੇ ਇਹਦੇ ਵਿੱਚ ਮਾਤਰਾ ਹੈਗੀ ਹੈ ਪੋਟਾਸ਼ ਦੀ, ਜਾਂ ਜਿਹੜੇ ਹੋਰ ਆਪਣੇ ਨਿਊਟ੍ਰੀਐਂਟਸ ਨੇ, ਉਹਦੇ ਹਿਸਾਬ ਨਾਲ ਆਪਾਂ ਨੇ ਇਹਦੀ ਵਰਤੋਂ ਆ ਜਿਹੜੀ ਉਹ ਕਰਨੀ ਹੈ ਜੀ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਜੋ ਹੋਰ ਕਿਸਾਨ ਵੀਰਾਂ ਕੋਲ ਵੀ ਇਹ ਜਿਹੜੀ ਜਾਣਕਾਰੀ ਆ ਪਹੁੰਚ ਸਕੇ। ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਤੱਤ ਬਾਰੇ ਗੱਲ ਕਰਾਂਗੇ ਜੀ ਫਿਰ। ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ।